ਅੱਛਾ ਸਰ, ਕੱਲ ਮੈਂ ਇੱਕ ਟਿਕਟੋਕ ਦੇ ਉੱਤੇ ਛੋਟਾ ਜਿਹਾ ਵਾਕਿਆ ਸੁਣਾਇਆ ਕਿ ਇੱਕ ਬੇਟੇ ਨੇ ਆਪਣੇ ਬਾਪ ਦੇ ਮੂੰਹ ਦੇ ਉੱਤੇ ਥੱਪੜ ਮਾਰਤਾ। ਤੇ ਉਹ ਵਾਕਿਆ ਸੁਣ ਕੇ ਤੇ ਇੱਕ ਦੋਸਤ ਨੇ ਉਹਨਾਂ ਦਾ ਫੋਨ ਆ ਗਿਆ ਤਕਰੀਬਨ ਕੋਈ, ਤੇ ਕਹਿਣ ਲੱਗੇ ਕਿ ਉਹ ਜਿਹੜਾ ਵਾਕਿਆ ਤੂੰ ਸੁਣਾਇਆ ਸੀ ਮੈਂ ਉਹ ਸੁਣਿਆ ਤੇ ਯਾਰ ਮੇਰੀ ਅੱਖਾਂ 'ਚ ਵੀ ਪਾਣੀ ਆ ਗਿਆ। ਤੇ ਉਹਨਾਂ ਨੇ ਫਿਰ ਇੱਕ ਉਹਦੇ ਨਾਲ ਮਿਲਦਾ ਜੁਲਦਾ ਇੱਕ ਵਾਕਿਆ ਸੁਣਾਇਆ ਅਜੀਬੋ ਗਰੀਬ ਕਿ ਇਨਸਾਨ ਤਸੱਵਰ ਵੀ ਨਹੀਂ ਕਰ ਸਕਦਾ। ਜਿਹੜੇ ਲੋਕੀ ਤੇ ਯੂਰਪ 'ਚ ਰਹਿੰਦੇ ਨੇ ਉਹ ਜਾਣਦੇ ਨੇ ਮਸਲੇ ਮਸਾਇਲ, ਤੇ ਉਹ ਜਾਣਦੇ ਨੇ ਇਹਦੇ ਕਈ ਹਜ਼ਾਰਾਂ ਲੱਖਾਂ ਜਿਹੜੇ ਵਾਕਿਆਤ ਐਸਾਂ ਦੇ ਹੁੰਦੇ ਰਹਿੰਦੇ ਨੇ ਤੇ ਹੋਏ ਨੇ। ਤੇ ਉਹਨਾਂ ਇੱਕ ਵਾਕਿਆ ਸੁਣਾਇਆ, ਉਹ ਵੀ ਦਿਲ ਦੇ ਹਿਲਾਉਣ ਵਾਲਾ ਵਾਕਿਆ ਸੀ। ਉਹ ਕਹਿਣ ਲੱਗੇ ਜਦੋਂ ਉਹ ਵਾਕਿਆ ਉਸ ਬੰਦੇ ਨੇ ਮੈਨੂੰ ਸੁਣਾਇਆ ਤੇ ਕਹਿੰਦੇ ਕਿ ਮੇਰੀ ਅੱਖਾਂ 'ਚ ਵੀ ਆਂਸੂ ਆ ਗਏ ਸੀ ਤੇ ਮੈਂ ਵੀ ਆਪ ਦੀਦਾ ਹੋ ਗਿਆ ਸੀ। ਉਹ ਵਾਕਿਆ ਕੋਈ ਇਸ ਤਰ੍ਹਾਂ ਦਾ ਹੈਗਾ ਸੀ ਕਿ ਤੁਹਾਨੂੰ ਪਤਾ ਕਿ ਜਦੋਂ ਯੂਰਪ 'ਚ ਆਉਂਦਾ ਬੰਦਾ ਉਦੋਂ ਬੰਦੇ ਨੂੰ ਜ਼ੁਬਾਨ ਆਉਂਦੀ ਨਹੀਂ ਹੈ, ਤੇ ਖਾਸ ਕਰਕੇ ਜਰਮਨ ਵਗੈਰਾ ਮੁਲਕ ਦੇ ਵਿੱਚ ਆਓ ਤੇ ਬੰਦੇ ਨੂੰ ਤਾਂ ਬਿਲਕੁਲ ਜ਼ੁਬਾਨ ਨਹੀਂ ਆਉਂਦੀ। UK 'ਤੇ ਆ ਕੇ ਫਿਰ ਵੀ ਬੰਦਾ ਇੰਗਲਿਸ਼ ਥੋੜ੍ਹੀ ਬਹੁਤੀ ਗੱਲਬਾਤ ਕਰ ਲੈਂਦਾ ਜੇ ਪੜ੍ਹਿਆ ਲਿਖਿਆ ਹੋਏ ਤੇ ਜੇ ਅਨਪੜ੍ਹ ਹੋਏ ਤਾਂ ਉੱਥੋਂ ਜਰਮਨ 'ਚ ਆ ਜਾਏ ਤੇ ਉੱਥੇ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ। ਤੇ ਉਹ ਦਰਅਸਲ ਉਹਨਾਂ ਇੱਕ ਵਾਕਿਆ ਸੁਣਾਇਆ ਮੈਨੂੰ ਕਿ ਇੱਕ ਬੰਦਾ ਸੀ ਤੇ ਉਹ ਫੈਮਿਲੀ ਨਾਲ ਆਪਣੀ ਨਾਲ ਆਇਆ, ਅਨਪੜ੍ਹ ਸੀ, ਤੇ ਉਹਨੇ ਆਪਣਾ ਲੈਟਰ ਪੜ੍ਹਨ ਲਈ ਇੱਕ ਉਹ ਦੋਸਤ ਸੀ ਉਹਨਾਂ ਨੂੰ ਦਿਖਾ ਦੇਣਾ ਲੈਟਰ, ਯਾਰ ਇਹ ਲੈ ਮੈਨੂੰ ਪੜ੍ਹਦੇ ਲੈਟਰ, ਕਦੀ ਉਹਨੂੰ ਘਰ ਬੁਲਾ ਲੈਣਾ ਲੈਟਰ ਪੜ੍ਹਦੇ। ਉਹ ਛੜਾ ਛਾਂਟ ਸੀ ਤੇ ਉਹਦੇ ਕੋਲੋਂ ਹਮੇਸ਼ਾ ਆਪਣੇ ਨਾਲ ਲੈਟਰ ਪੜਵਾ ਲਿਆ ਕਰਨੇ ਨੇ। ਉਹਨੇ ਵੀ ਆ ਜਾਣਾ, ਉਹਦੇ ਕੋਲੋਂ ਵੀ ਖਾਣ ਪੀਣ ਵੀ ਮਿਲ ਜਾਣਾ ਅੱਛਾ, ਨਾਲ ਲੈਟਰ ਪੜ੍ਹ ਕੇ ਚਲ ਜਾਣਾ, ਨਾਲੇ ਚਾਹ ਸ਼ਾਹ ਪਿਆ ਦੇਣੀ ਉਹਨਾਂ ਨੇ ਤੇ ਰੋਟੀ ਸ਼ੋਟੀ ਖਵਾ ਦੇਣੀ। ਤੇ ਉਹ ਬਸ ਰੂਟੀਨ ਐਸੇ ਨਾਲ ਚੱਲਦੇ ਰਹੇ ਨੇ। ਤੇ ਹਮੇਸ਼ਾ ਹੀ ਉਹਨੇ ਉਹ ਘਰ ਆ ਜਾਣਾ ਹੈ, ਘਰ ਉਹਨੂੰ ਬੁਲਾ ਲੈਣਾ ਹੈ। ਉਹ ਬੰਦਾ ਦਰਅਸਲ ਅਨਪੜ੍ਹ ਹੈਗਾ ਸੀ। ਉਹ ਕੰਮ ਵੱਧਦਾ ਰਿਹਾ ਗਿਆ। ਉਹ ਪੜ੍ਹਦਾ ਰਿਹਾ ਲੈਟਰ, ਕਦੀ ਉਹਨਾਂ ਨੂੰ ਟਰਮੀਨਾਂ 'ਤੇ ਲੈ ਜਾਣਾ, ਕਦੀ ਉਹਨਾਂ ਨੂੰ ਕੋਈ ਅਪਾਇੰਟਮੈਂਟ ਹੋਣੀ ਨਾ, ਅਪਾਇੰਟਮੈਂਟ 'ਤੇ ਉੱਥੇ ਲੈ ਜਾਣਾ। ਤੇ ਉਹ ਉਹਨਾਂ ਦੇ ਤਰਜਮਾਨ ਬਣ ਗਿਆ, ਉਹ ਤਰਜਮਾਨ ਵੀ ਬਣ ਗਿਆ ਤੇ ਉਹਦੇ ਬਾਅਦ ਉਹਨਾਂ ਲੈਟਰ ਵੀ ਪੜ੍ਹਨੇ ਸ਼ੁਰੂ ਹੋ ਗਿਆ ਤੇ ਜਰਮਨ ਦੇ। ਉਹ ਲੜਕਾ ਸੀ, ਯੰਗ ਸੀ, ਬੈਚਲਰ ਸੀ, ਛੜਾ ਛਾਂਟ ਸੀ। ਤੇ ਉਹ ਇੱਕ ਦਿਨ ਐਸਾ ਹੋਇਆ ਕਿ ਉਹ ਜ਼ਮਾਨਾ ਨਾ ਫਿਲਮਾਂ ਦਾ ਜ਼ਮਾਨਾ ਸੀ ਕਿ ਉਹਨੇ ਐਸਾ ਕਰਨਾ ਕਿ ਇੱਕ ਦਿਨ ਉਸ ਬੰਦੇ ਨੂੰ ਕੰਮ ਮਿਲ ਗਿਆ ਕਿਤੇ ਦੂਰ, ਨਾਲ ਦੇ ਸ਼ਹਿਰ ਦੇ ਵਿੱਚ ਦੂਰ ਕਿਤੇ ਜਾਣਾ ਪਿਆ ਜਾਂ ਕੰਮ 'ਤੇ, ਉੱਥੇ ਕੰਮ 'ਤੇ ਜਾਂਦਾ ਸੀ। ਤੇ ਉਹ ਕੰਮ 'ਤੇ ਗਿਆ ਤੇ ਉਹਨੇ ਘਰ ਫੋਨ ਕੀਤਾ ਤੇ ਉਹਨੂੰ ਪਿੱਛੋਂ ਆਵਾਜ਼ ਆਈ ਹੈ। ਉਹਨੇ ਕਿਹਾ ਆਵਾਜ਼ ਕਿਹਦੀ ਆਈ ਹੈ? ਉਹ ਬੀਵੀ ਉਹਦੀ ਨਾਲ ਹੀ ਕਹਿਣ ਲੱਗੀ ਕਿ ਉਹ ਦਰਅਸਲ ਭਾਏ ਆਏ ਨੇ ਤੇ ਭਾਈ ਜਿਹੜੇ ਨਾ ਉਹ ਕਹਿੰਦੇ ਸੀ ਕਿ ਅੱਜ ਫਿਲਮ ਵੇਖਣੀ ਹੈ, ਤੁਹਾਡੇ ਘਰ ਵੱਡਾ TV ਹੈ ਤੇ ਉਹਨਾਂ ਫਿਲਮ ਲਾਈ ਹੈ ਤੇ ਉਹ ਵੇਖਣ ਆਏ ਨੇ। ਉਹ ਬੰਦੇ ਦਾ ਗਿਆ ਖੂਨ ਖੋਲ। ਉਹਨੇ ਕਿਹਾ ਕਿਉਂ ਭਾਏ ਆਏ ਨੇ ਇਸ ਟਾਈਮ, ਮੈਂ ਜਦੋਂ ਘਰ ਨਹੀਂ ਤੇ ਉਸ ਬੰਦੇ ਦੀ ਕੀ ਜ਼ਰੂਰਤ ਹੈ ਮੇਰੇ ਘਰ ਆਏ? ਠੀਕ ਹੈ, ਮੈਂ ਜਦੋਂ ਘਰ ਉਹਨਾਂ ਨੂੰ ਘਰ ਬੁਲਾ ਲੈਣਾ, ਰੋਟੀ ਪਾਣੀ ਖਵਾ ਦੇਣਾ ਵਾ, ਲੈਟਰ ਵਗੈਰਾ ਪੜਵਾ ਲੈਣਾ ਵਾ, ਤੇ ਇਹ ਕੀ ਚੱਕਰ ਕਿਉਂ ਆਏ ਨੇ ਭਾਏ ਜਿਹੜੇ ਇਸ ਟਾਈਮ? ਉਹ ਬੰਦੇ ਨੇ ਤੇ ਜਨਾਬ ਟੈਕਸੀ ਫੜੀ ਹੈ ਤੇ ਉੱਥੋਂ ਸਿੱਧਾ ਘਰ ਆ ਗਿਆ। ਘਰ ਆਇਆ ਤੇ ਉੱਥੇ ਘਰ ਆ ਕੇ ਉਹਨੇ ਸੂਰਤ-ਹਾਲ ਦੇਖੀ ਤੇ ਉਹ ਬੰਦਾ ਘਰ ਸੀ। ਉਹਨੇ ਕਿਹਾ ਚੱਲ ਭਾਈਆ ਤੂੰ ਕਿਉਂ ਇੱਥੇ ਆਇਆ ਹੋਈ, ਚੱਲ ਇੱਥੋਂ ਨਿਕਲ ਬਾਹਰ। ਉਹ ਬੰਦੇ ਨੇ ਸਾਨੂੰ ਸਾਫ਼ ਜਵਾਬ ਦੇ ਦਿੱਤਾ। ਉਹਨੇ ਕਿਹਾ ਨਹੀਂ, ਮੈਂ ਨਹੀਂ ਇੱਥੋਂ ਨਿਕਲਣਾ, ਮੈਂ ਇੱਥੇ ਹੀ ਹੈਗਾ, ਕੋਈ ਐਸਾ ਮਸਲਾ ਨਹੀਂ, ਮੈਂ ਫਿਲਮ ਵੇਖਣ ਆਇਆ ਸੀ ਤੇ ਫਿਲਮ ਵੇਖਣੀ ਹੈ ਤੇ ਅਲਬੱਤਾ ਹੁਣ ਜੇ ਤੂੰ ਮੈਨੂੰ ਘਰੋਂ ਕੱਢਣਾ ਚਾਹੁੰਦਾ ਤੇ ਮੈਂ ਘਰੋਂ ਨਹੀਂ ਨਿਕਲਦਾ, ਮੈਂ ਆਪ ਨਹੀਂ ਆਇਆ ਬਲਕਿ ਤੇਰੀ ਬੀਵੀ ਨੇ ਮਿਲਾਇਆ ਮੈਨੂੰ। ਜਦੋਂ ਇਹ ਸੂਰਤ-ਹਾਲ ਹੋਈ ਤੇ ਉਹ ਬੰਦੇ ਦਾ ਖੂਨ ਖੋਲ ਗਿਆ। ਉਹਨੇ ਉਹਨੂੰ ਨਾ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਬੀਵੀ ਨੂੰ ਥੱਪੜ ਮਾਰਿਆ, ਬੀਵੀ ਨੇ ਅਗਵਾ ਹੱਥ ਫੜ ਲਿਆ ਤੇ ਉਹ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੀਵੀ ਰਾਹ 'ਚ ਆ ਗਈ ਹੈ। ਉਹ ਦਰਅਸਲ ਕੰਮ ਐਂਦਾ ਹੋਇਆ ਕਿ ਗੱਲ ਐਂਦੀ ਹੋਈ ਹੈ ਕਿ ਉਸ ਬੁੱਢੀ ਨੇ ਪੁਲਿਸ ਨੂੰ ਫੋਨ ਕਰਤਾ ਹੈ। ਅੱਛਾ, ਉਸ ਬੁੱਢੀ ਨੇ ਪੁਲਿਸ ਨੂੰ ਫੋਨ ਕੀਤਾ ਤੇ ਜਰਮਨ ਦਾ ਕਾਨੂੰਨ ਹੈ ਕਿ ਉਹ ਜਦੋਂ ਕੋਈ ਇਹਦਾ ਮਸਲਾ ਹੋ ਜਾਂਦਾ ਮੀਆਂ ਬੀਵੀ ਦੇ ਵਿੱਚ ਤੇ ਉਹ ਕਾਰ ਦੇ ਵਿੱਚੋਂ ਬੰਦੇ ਨੂੰ ਕੱਢ ਦਿੰਦੇ ਨੇ ਤੇ ਉਹ ਕਾਰ ਦੇ ਉੱਤੇ ਹਦੂਦ ਲਗਾ ਦਿੰਦੇ 3 ਕਿਲੋਮੀਟਰ ਦੀ, 5 ਕਿਲੋਮੀਟਰ ਦੀ। ਤੂੰ ਇਸ ਏਰੀਏ ਨਹੀਂ ਆਉਣਾ, ਜੇ ਇਸ ਏਰੀਏ 'ਚ ਆਏਗਾ ਤੈਨੂੰ ਅਰੈਸਟ ਕਰ ਲਿਆ ਜਾਏਗਾ ਨਾ। ਜੋ ਵੀ ਸੂਰਤ-ਹਾਲ ਹੈ ਜਿਹੜੇ ਜਰਮਨ ਦੇ ਰਹਿਣ ਵਾਲੇ ਲੋਕ ਜਾਣਦੇ ਨੇ, ਉਸ ਬੰਦੇ ਦਾ ਹਾਊਸ ਰਿਪੋਰਟ ਕਰਤਾ ਹੈ ਤੇ ਉਹ ਬੰਦੇ ਨੇ ਫਿਰ ਉਹ ਬੁੱਢੀ ਤੇ ਬੰਦਾ ਬਿਲਕੁਲ ਸਾਹਮਣੇ ਆ ਗਏ ਨੇ, ਆਮਨੇ ਸਾਹਮਣੇ ਹੋ ਗਏ ਨੇ।
ਜਿਹਨੂੰ ਪੰਜਾਬੀ 'ਚ ਕਿਹਾ ਜਾ ਸਕਦਾ ਹੈ ਕਿ ਤੁਸੀਂ ਉਹ ਜੋ ਵੀ ਸੂਰਤ ਹਾਲ ਉਹ ਨੰਗੇ ਹੋ ਗਏ ਨੇ ਇੱਕ ਕਿਸਮ ਦੇ, ਉਹਨਾਂ ਖੁੱਲ੍ਹ ਕੇ ਐਲਾਨ ਕਰਦਾ ਹੈ। ਬਲਕਿ ਅਦਾਲਤਾਂ 'ਚ ਇੱਧਰ ਉੱਧਰ ਜਾ ਕੇ ਜੋ ਵੀ ਸ਼ਾਦੀ ਕਰ ਲਈਏ। ਅਤੇ ਅੱਜ ਉਹ ਬੰਦਾ ਜਿਹੜਾ ਹੈ ਨਾ, ਜਿਹੜਾ ਅਸਲ ਬਾਪ ਹੈ ਉਹਦੇ ਨਾਲ ਤਾਂ ਪਤਾ ਨਹੀਂ ਵਿਚਾਰੇ ਨਾਲ ਕੀ ਬੀਤੀ ਕੀ ਨਹੀਂ। ਅਲਬੱਤਾ ਉਹ ਦੂਸਰੇ ਦੇ ਬੰਦੇ ਦੇ ਨਾਲ ਰਹਿਣ ਲਈਏ ਅਤੇ ਅੱਜ ਉਹ 'ਚੋਂ ਬੱਚੇ ਨੇ ਜੋ ਵੀ ਸੂਰਤ ਹਾਲ ਹੈ। ਅਤੇ ਐਸਾਂ ਦੇ ਬਹੁਤ ਸਾਰੇ ਐਸਾਂ ਦੇ ਵਾਕਿਆਤ ਇੱਥੇ ਹਜ਼ਾਰਾਂ ਵਾਕਿਆਤ ਹੁੰਦੇ ਨੇ। ਅਤੇ ਉਹ ਦੋਸਤ ਨੇ ਜਦੋਂ ਮੈਨੂੰ ਇਹ ਵਾਕਿਆ ਸੁਣਾਇਆ ਅਤੇ ਉਹ ਕਹਿੰਦੇ ਕਿ ਉਹ ਬੰਦਾ ਜਦੋਂ ਉਹਨੇ ਉਸ ਬੰਦੇ ਨੂੰ ਸੁਣਾਇਆ ਵਾਕਿਆ ਆਪਣਾ, ਅਤੇ ਕਹਿੰਦਾ ਕਿ ਉਹ ਬੜਾ ਰੋਇਆ ਕਿ ਯਾਰ ਮੇਰਾ ਹੱਸਦਾ ਵਸਦਾ ਘਰ ਜਿਹੜਾ ਸਿਰਫ ਉੱਜੜ ਗਿਆ, ਸਿਰਫ ਲੈਟਰ ਬਣਾਉਣ ਦੇ ਚੱਕਰ ਦੇ ਵਿੱਚ। ਕਿ ਮੈਂ ਕਹਿੰਦਾ ਸੀ ਕਿ ਮੇਰੀ ਕੋਈ ਟਰਾਂਸਲੇਸ਼ਨ ਕਰ ਦੇ, ਉਹ ਟਰਾਂਸਲੇਸ਼ਨ ਕਰਦੇ ਕਰਦੇ ਉਹਦਾ ਘਰ ਦਾ ਬੇੜਾ ਗਰਕ ਕਰਦਾ। ਅਤੇ ਇੰਝ ਦੇ ਬਹੁਤ ਸਾਰੇ ਵਾਕਿਆਤ ਨੇ। ਅਤੇ ਮਜ਼ੀਦ ਅਗਰ ਤੁਹਾਡੇ ਕੋਲੋਂ ਕੋਈ ਹੋਏ ਵਾਕਿਆ ਇਸ ਤਰ੍ਹਾਂ ਦਾ ਤਾਂ ਜ਼ਰੂਰ ਮੈਨੂੰ ਤੁਸੀਂ ਆਪਣਾ ਵਾਕਿਆ ਦੱਸਣਾ। ਅਤੇ ਮੈਂ ਨਾਮ ਨਹੀਂ ਲਾਂਗਾ, ਨਾ ਲੈਣਾ ਚਾਹੁੰਦਾ ਵਾਂ। ਅਤੇ ਮੈਂ ਜ਼ਰੂਰ ਇਹ ਵਾਕਿਆ ਸੁਣਾਵਾਂਗਾ। ਇਸ ਤਰ੍ਹਾਂ ਦੇ ਬੇਸ਼ੁਮਾਰ ਵਾਕਿਆਤ ਅਤੇ ਯੂਰਪ ਦੇ ਜਿਹੜੇ ਨੇ ਮਸਾਇਲ ਵੀ ਬਹੁਤ ਜ਼ਿਆਦਾ ਨੇ। ਜਿੱਥੋਂ ਤੱਕ ਆਸਾਇਸ਼ਾਂ ਹੀ ਨੇ ਉਹ ਵੀ ਹੈ ਨੇ, ਮਗਰ ਮਸਾਇਲ ਵੀ ਬਹੁਤ ਜ਼ਿਆਦਾ ਨੇ, ਘਰੇਲੂ ਮਸਾਇਲ ਬਹੁਤ ਜ਼ਿਆਦਾ ਨੇ। ਅਤੇ ਮੈਂ ਸੋਚਿਆ ਕਿ ਐਸਾਂ ਦੇ ਵਾਕਿਆਤ ਵੀ ਦੋਸਤਾਂ ਨੂੰ ਸੁਣਾਉਣੇ ਚਾਹੀਦੇ ਨੇ। ਖਾਲੀ ਸਿਆਸਤ ਹੀ ਨਹੀਂ, ਬਲਕਿ ਜੋ ਘਰੇਲੂ ਮਸਾਇਲ ਨੇ ਉਹ ਤੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਜੇ ਬਿਹਤਰ ਹੈ ਹੀ ਹੈ ਕਿ ਤੁਸੀਂ ਆਪ ਆਉਂਦੇ ਸਾਰ ਜ਼ਬਾਨ ਸਿੱਖੋ, ਨਾ ਮਜ਼ਦੂਰੀ ਕਰੋ, ਨਾ ਕੋਈ ਹੋਰ ਕੰਮ ਕਰੋ। ਸਭ ਤੋਂ ਪਹਿਲੇ ਜਿਸ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਹੋ, ਜਿਸ ਮੁਲਕ 'ਚ ਗਏ ਹੋ, ਉੱਥੇ ਜਾ ਕੇ ਜ਼ਬਾਨ ਸਿੱਖੋ, ਨਾ ਕਿ ਲੋਕਾਂ ਦਾ ਸਹਾਰਾ ਲਓ। ਜਦੋਂ ਕੋਈ ਸਹਾਰਾ ਲੋਕਾਂ ਦਾ ਲੈਂਦੇ ਜੇ, ਉਹ ਤੁਹਾਡੇ ਜਿਹੜਾ ਸਹਾਰਾ, ਜਿਹੜਾ ਜ਼ਿੰਦਗੀ ਦਾ ਸਹਾਰਾ ਬਣਿਆ ਹੁੰਦਾ, ਉਹਨੂੰ ਕਈ ਦਫਾ ਉਹਦੇ ਲਈ ਵੀ ਖਤਰਨਾਕ ਹੁੰਦਾ ਹੈ ਕਿ ਉਹ ਘਰ ਨੂੰ ਤਬਾਹ ਕਰ ਦਿੰਦੇ ਨੇ। ਇਹ ਘਰ ਨੂੰ ਤਬਾਹ ਕਰਨ ਦਾ ਇੱਕ ਬਿਹਤਰੀਨ ਇਹ ਵਾਕਿਆ ਕਿ ਜਿਹੜਾ ਸਬਕ ਆਮੋਜ਼ ਹੈ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਜਿਹੜੀ ਟਰਾਂਸਲੇਸ਼ਨ ਕਰਨੀ ਹੈ ਉਹ ਆਪਣੇ ਬੱਚਿਆਂ ਥਰੂ ਕਰੀਏ, ਆਪਣੇ ਆਪ ਪੜ੍ਹੀਏ, ਕੋਸ਼ਿਸ਼ ਕਰੀਏ, ਹਿੰਮਤ ਕਰੀਏ। ਅਤੇ ਐਸਾਂ ਦੇ ਜਿਹੜੇ ਕੰਮ ਨੇ ਉਹ ਸਾਨੂੰ ਖੁਦ ਕਰਨੇ ਚਾਹੀਦੇ ਨੇ, ਨਾ ਕਿ ਦੂਜੇ ਲੋਕਾਂ ਨੂੰ ਆਪਣੇ ਘਰਾਂ 'ਚ ਮੁਲਵਸ ਕਰੀਏ। ਜਦੋਂ ਉਹਨਾਂ ਨੂੰ ਆਪਣੇ ਘਰ ਦਾ ਅਸੀਂ ਰਾਹ ਦਾਂਗੇ ਅਤੇ ਘਰ 'ਚ ਯਕੀਨਨ ਖਰਾਬੀਆਂ ਹੋਣਗੀਆਂ। ਅਤੇ ਅਗਰ ਇਹ ਵਾਕਿਆ ਅੱਛਾ ਲੱਗੇ ਤਾਂ ਇਹਨੂੰ ਸ਼ੇਅਰ ਕਰਿਓ। ਅਤੇ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਵੀ ਜੁੜਿਓ ਬੇਸ਼ੱਕ। ਅਤੇ ਤਦ ਕਰਕੇ ਕੋਈ ਐਂ ਦਾ ਵਾਕਿਆ ਹੋਏ ਤਾਂ ਤੁਸੀਂ ਵੀ ਸੁਣਾਓਗੇ ਸਾਨੂੰ, ਅਤੇ ਅਸੀਂ ਉਹ ਤੁਹਾਡਾ ਵਾਕਿਆ ਅੱਗੇ ਪੇਸ਼ ਕਰਾਂਗੇ। ਅਤੇ ਉਹ ਤੁਹਾਡਾ ਰਾਜ਼ ਰੇਖਾ ਨਾਮ ਵਗੈਰਾ ਨਹੀਂ ਲਾਂਗੇ, ਵਾਕਿਆ ਸੁਣਾ ਦਾਂਗੇ ਤਾਂ ਕਿ ਲੋਕਾਂ ਦੀ ਸਲਾਹ ਹੋ ਸਕੇ। ਬਹੁਤ ਸ਼ੁਕਰੀਆ ਸਰ।